ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ GGDSG ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ। ਅੱਜ ਅਸੀਂ ਅਗਲਾ ਟੌਪਿਕ ਸ਼ੁਰੂ ਕਰਾਂਗੇ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਰੂਪਕ ਪੱਖ ਉਲੀਕੋ। ਇਸ ਕੁਐਸਚਨ ਨੂੰ ਹੋਰ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਆ, ਜਿਵੇਂ ਮੇਰੀ ਚੋਣਵੀਂ ਕਵਿਤਾ, ਇਹ ਤੁਹਾਡੀ ਬੁੱਕ ਦਾ ਨਾਮ ਹੈ ਜਿਹੜੀ ਤੁਹਾਨੂੰ ਲੱਗੀ ਹੈ, ਕਾਵ ਸੰਗ੍ਰਹਿ ਦੇ ਆਧਾਰ ਉੱਤੇ ਕਾਵ ਕਲਾ ਉੱਤੇ ਆਲੋਚਨਾਤਮਕ ਨੋਟ ਲਿਖੋ। ਜਾਂ ਇਸ ਤਰ੍ਹਾਂ ਪੁੱਛਿਆ ਜਾ ਸਕਦਾ ਆ, ਮੇਰੀ ਚੋਣਵੀਂ ਕਵਿਤਾ ਕਾਵ ਸੰਗ੍ਰਹਿ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਵਰਤੀਆਂ ਹੋਈਆਂ ਕਾਵਿਕ ਖੂਬੀਆਂ ਉੱਪਰ ਸੰਖੇਪ ਚਰਚਾ ਕਰੋ। ਜਾਂ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਆ, ਪ੍ਰੋਫੈਸਰ ਮੋਹਨ ਸਿੰਘ ਦੇ ਕਾਵ ਦੀਆਂ ਰੂਪਕ ਵੰਨਗੀਆਂ ਦੀ ਚਰਚਾ ਕਰੋ। ਇਹ ਸਾਰਿਆਂ ਜਿੰਨੇ ਵੀ ਮੈਂ ਕੁਐਸਚਨ ਬੋਲੇ ਆ, ਜਿਹੜਾ ਮੈਂ ਕਰਵਾ ਰਹੀ ਹਾਂ, ਆਨਸਰ ਸੇਮ ਹੈ ਸਾਰਿਆਂ ਦਾ, ਇਹੀ ਲਿਖ ਦੇਣਾ ਆ। ਪ੍ਰੋਫੈਸਰ ਮੋਹਨ ਸਿੰਘ ਨੇ ਰੋਮਾਂਟਿਕ ਸਮਾਜਿਕ ਚੇਤਨਤਾ ਅਤੇ ਪ੍ਰਗਤੀਵਾਦੀ ਵਿਚਾਰਾਂ ਵਾਲੇ ਵਿਸ਼ੇ ਰੂਪਮਾਨ ਕੀਤੇ ਹਨ। ਪ੍ਰੋਫੈਸਰ ਮੋਹਨ ਸਿੰਘ ਕੋਲ ਕੇਵਲ ਕਾਵ ਦਾ ਵਿਸ਼ਾ ਹੀ ਨਹੀਂ ਹੁੰਦਾ, ਬਲਕਿ ਉਸ ਨੂੰ ਆਪਣੀ ਗੱਲ ਕਰਨ ਦਾ ਨਿਰਾਲਾ ਬਲ ਵੀ ਆਉਂਦਾ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਉਸ ਦੀ ਕਵਿਤਾ ਵਿੱਚ ਸਧਾਰਨ ਸ਼ਬਦ ਵੀ ਸੰਗੀਤਮਈ ਅਤੇ ਸੁਹਜਮਈ ਹੋ ਨਿਬੜਦੇ ਹਨ। ਇਸੇ ਕਰਕੇ ਹੀ ਪੰਜਾਬੀ ਦੇ ਆਲੋਚਕ ਸੰਤ ਸਿੰਘ ਸ਼ੇਖੋ ਨੇ ਪ੍ਰੋਫੈਸਰ ਮੋਹਨ ਸਿੰਘ ਬਾਰੇ ਲਿਖਿਆ ਹੈ ਕਿ ਮੋਹਨ ਸਿੰਘ ਦੀ ਕਵਿਤਾ ਵਿੱਚ ਸਧਾਰਨ ਸ਼ਬਦ ਵੀ ਸਾਨੂੰ ਮੋਹ ਲੈਂਦੇ ਹਨ। ਜਦੋਂ ਉਹ ਇਹੋ ਜਿਹਾ ਗੀਤ ਲਿਖਦਾ ਹੈ, ਕੋਟੇਸ਼ਨ ਹੈ, ਕਵੀ ਕਹਿੰਦਾ ਹੈ, ਨਾਰਾ ਅਮਨ ਵਾਲਾ ਲੋਕੋ ਭਰਪੂਰ ਚਾਹੀਦਾ। ਅੱਗੇ ਹੈ, ਉਸ ਦੀ ਕਵਿਤਾ ਵਿੱਚ ਉਸ ਦੀ ਕਲਾ ਪ੍ਰਵੀਨਤਾ ਆਦਿ ਦੇ ਉੱਤਮ ਪ੍ਰਮਾਣ ਮਿਲਦੇ ਹਨ। ਕੁਸਬੜਾ, ਅੱਧ ਵਾਟੇ ਅਤੇ ਕੱਚ ਸੱਚ ਆਦਿ ਕਾਵ ਸੰਗ੍ਰਹਿ ਇਸੇ ਦੀ ਹੀ ਉਦਾਹਰਣ ਹਨ। ਅਗਲਾ ਪੁਆਇੰਟ ਹੈ, ਪ੍ਰਗੀਤਕ ਅੰਸ਼। ਆਪਣੀ ਕਵਿਤਾ ਦੇ ਦੂਜੇ ਪੜਾਅ ਤੱਕ ਪਹੁੰਚਦਿਆਂ ਪ੍ਰੋਫੈਸਰ ਮੋਹਨ ਸਿੰਘ ਇੱਕ ਗੀਤਕਾਰ ਵਜੋਂ ਉੱਭਰ ਕੇ ਸਾਡੇ ਸਾਹਮਣੇ ਆਉਂਦਾ ਹੈ। ਉਸ ਨੇ ਗੀਤਾਂ ਵਿੱਚ ਰਾਗ ਅਤੇ ਲੈਅ ਆਦਿ ਸੰਗੀਤਕ ਗੁਣ ਭਰ ਦਿੱਤੇ ਹਨ। ਇਹਨਾਂ ਗੀਤਾਂ ਵਿੱਚ ਉਸ ਨੇ ਅਨੁਪਰਾਸ ਅਲੰਕਾਰ ਦੀ ਵਧੇਰੇ ਵਰਤੋਂ ਕੀਤੀ ਹੈ। ਜਿਵੇਂ ਕੋਟੇਸ਼ਨ ਹੈ, ਨਾ ਵੰਝ ਢੋਲਾ ਚੰਨਣਾ, ਨਿਤ ਨਿਤ ਅਸਾਂ ਨਾ ਹਾੜੇ ਕੱਢਣੇ, ਨਿਤ ਨਿਤ ਤੂੰ ਨਹੀਂ ਮੰਨਣਾ। ਪੰਜਾਬੀ ਲੋਕ ਗੀਤਾਂ ਵਿੱਚ ਨੀ ਹੈ, ਦੁਬਾਰਾ ਰਿਪੀਟ ਕਰ ਰਹੀ ਇਸ ਲਾਈਨ ਨੂੰ, ਪੰਜਾਬੀ ਲੋਕ ਗੀਤਾਂ ਵਿੱਚ ਨੀ ਹੈ ਅਤੇ ਵੇ ਆਦਿ ਸ਼ਬਦ ਅੰਤ ਵਿੱਚ ਲੱਗੇ ਹੋਏ ਮਿਲਦੇ ਹਨ। ਪ੍ਰੋਫੈਸਰ ਮੋਹਨ ਸਿੰਘ ਨੇ ਵੀ ਆਪਣੇ ਗੀਤਾਂ ਦੀ ਸਿਰਜਣਾ ਕਰਦੇ ਸਮੇਂ ਅਜਿਹੀਆਂ ਹੀ ਧੁਨੀਆਂ ਦੀ ਵਰਤੋਂ ਕੀਤੀ ਹੈ। ਇਸਤਰੀ ਦੇ ਮਨੋਭਾਵਾਂ ਦੀ ਪੇਸ਼ਕਾਰੀ ਨੂੰ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੇ ਗੀਤਾਂ ਵਿੱਚ ਬੜੀ ਸਫਲਤਾ ਨਾਲ ਪੇਸ਼ ਕੀਤਾ ਹੈ। ਉਸ ਨੇ ਮਰਦ ਦੇ ਭਾਵਾਂ ਦੀ ਪੇਸ਼ਕਾਰੀ ਨਾਲੋਂ ਔਰਤ ਦੇ ਭਾਵਾਂ ਦੀ ਪੇਸ਼ਕਾਰੀ ਨੂੰ ਵਧੇਰੇ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਕੋਈ ਤੋੜੇ ਵੇ ਤੋੜੇ, ਮੇਰੀ ਵੀਣੀ ਨੂੰ ਮਚਕੋੜੇ, ਮੈਂ ਹੋ ਚੱਲੀ ਆ ਬੈਰਾਨੀ, ਲੁਕਦੀ ਨਹੀਂ ਏ ਦੀਵਾਨੀ। ਸੋ ਕਵੀ ਸਵੇਰ ਦੇ ਦ੍ਰਿਸ਼ ਦਾ ਵਰਣਨ ਕਰਦੇ ਸਮੇਂ ਕਿਸਾਨੀ ਜੀਵਨ ਨਾਲ ਸੰਬੰਧਿਤ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਆਪਣੇ ਗੀਤ ਵਿੱਚ ਰੋਮਾਂਸ ਪੈਦਾ ਕਰਨ ਲਈ ਸ਼੍ਰੀ ਕ੍ਰਿਸ਼ਨ ਤੇ ਗੋਪੀਆਂ ਦੀ ਰਾਸ ਲੀਲਾ ਦਾ ਉਲੇਖ ਕਰਦਾ ਹੈ। ਕੋਟੇਸ਼ਨ ਹੈ, ਪੂਰਬ ਦੀ ਨਿਰਮਲ ਲੈ ਉੱਤੇ ਕੇਸਰ ਭਰੀਆਂ ਨੇ, ਕ੍ਰਿਸ਼ਨ ਸੌਲਾ ਕੁੰਜੀ ਲੁਕਿਆ, ਚੁੱਕ ਕੇ ਬਸਤਰ ਸਖੀਆਂ ਨੇ, ਜਮਨਾ ਤੱਟ 'ਤੇ ਨੰਗਨ ਫਿਰਦੀਆਂ ਗੋਕਲ ਦੀਆਂ ਗੁੱਜਰੀਆਂ ਨੇ। ਸੋ ਸੰਜੋਗ ਅਤੇ ਵਿਜੋਗ ਦੀ ਅਵਸਥਾ ਨੂੰ ਚਿਤਰਨ ਵਾਲੇ ਅਨੇਕਾਂ ਗੀਤ ਪ੍ਰੋਫੈਸਰ ਮੋਹਨ ਸਿੰਘ ਨੇ ਲਿਖੇ ਹਨ। ਵਿਯੋਗ ਦੀ ਅਵਸਥਾ ਸੰਬੰਧੀ ਅਸੀਂ ਉਸ ਦਾ ਹੇਠ ਲਿਖਿਆ ਗੀਤ ਵੇਖ ਸਕਦੇ ਹਾਂ, ਜਿਵੇਂ
ਦੇਵੀ ਤੇ ਖਲੋਤੀ ਨਿਕੜੀ ਏ ਜਿੰਦ ਵੇ, ਟਿਕ ਜਿਉ ਕਰੀੜ ਉੱਤੇ ਪਈ ਐ ਦੀ ਬਿੰਦ ਵੇ। ਸੰਜੋਗ ਦੀ ਅਵਸਥਾ ਉਸਦੇ ਗੀਤ ਨੀ ਅੱਜ ਕੋਈ ਆਇਆ ਸਾਡੇ ਵਿਹੜੇ ਵਿੱਚ ਵੇਖਣ ਨੂੰ ਮਿਲਦੀ ਹੈ। ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਸੋ ਪ੍ਰੋਫੈਸਰ ਮੋਹਨ ਸਿੰਘ ਨੇ ਪੰਜਾਬ ਦੀਆਂ ਗਿੱਧਾ ਪਾਉਂਦੀਆਂ ਜੱਟੀਆਂ ਨੂੰ ਲੈ ਕੇ ਜੱਟੀਆਂ ਦਾ ਗੀਤ ਅਤੇ ਲੋਕ ਗੀਤ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਦੀ ਤਰਜ਼ ਉੱਤੇ ਗਜਨੀ ਸਿੰਘ ਵਰਗੀ ਲੈਅ ਦੀ ਰਚਨਾ ਕੀਤੀ ਹੈ। ਸੋ ਅੱਜ ਅਸੀਂ ਇੰਨਾ ਹੀ ਡਿਸਕਸ ਕਰਾਂਗੇ। ਇਹਦੇ ਅਗਲੇ ਭਾਗ ਨੂੰ ਅਸੀਂ ਆਪਣੇ ਅਗਲੇ ਲੈਕਚਰ ਵਿੱਚ ਗੱਲ ਕਰਾਂਗੇ। ਧੰਨਵਾਦ।